everyone, welcome or welcome back to my channel. This is Parneet. I hope you all are doing good. So today in this video lesson, we are going to discuss introductory questions, how you could answer your introductory questions in an effective and impressive way. See guys, let's say introductory questions the sole aim की ਹੁੰਦਾ is just to make us comfortable, है ना कि examiner ਨਾਲ ਜਦੋਂ ਸਾਡੀ face to face conversation ਹੋ ਰਹੀ ਹੈ ਜਾਂ ਫਿਰ ਅੱਜਕੱਲ ਜਿਹੜੀਆਂ online conversations ਹੁੰਦੀਆਂ ਨੇ ਉੱਥੇ ਅਸੀਂ comfortably ਬੈਠ ਸਕੀਏ, comfortably answer ਕਰ ਸਕੀਏ because introductory questions are general questions. ਇਹ ਮੈਂ ਆਪਣੀ already ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਚੁੱਕੀ ਹਾਂ ਕਿ ਇੰਟਰੋਡਕਟਰੀ ਕੁਐਸਚਨਸ ਦੇ ਵਿੱਚ ਹੁਣ ਕੱਲੇ ਤੁਹਾਡੇ ਨਾਲ ਰਿਲੇਟਡ ਕੱਲੇ ਪਰਸਨਲ ਜਿਹੜੇ ਕੁਐਸਚਨਸ ਹੁੰਦੇ ਨੇ ਲਾਈਕ ਜਿਵੇਂ ਪਹਿਲਾਂ ਪੁੱਛਦੀ ਸੀ ਉਹ ਰਿਗਾਰਡਿੰਗ yourself, your hobbies, your likes, dislikes, ਉੱਥੇ ਤੱਕ ਹੀ ਉਹ ਚੀਜ਼ਾਂ ਲਿਮਿਟਡ ਨਹੀਂ ਰਹੀਆਂ. ਨਾਓ ਦੇ ਆਰ ਆਸਕਿੰਗ ਵਾਈਡ ਵੈਰਾਈਟੀ ਆਫ ਕੁਐਸਚਨਸ, ਹੈ ਨਾ, ਵਾਸਟ ਵੈਰਾਈਟੀ ਉਹਨਾਂ ਨੇ ਹੁਣ ਡਿਸਕਸ ਕੀਤੀ ਹੈ. ਉਹ ਚੀਜ਼ਾਂ ਪੁੱਛਦੇ ਨੇ, ਬਹੁਤ ਜ਼ਿਆਦਾ ਟੌਪਿਕਸ ਇਨਕਲੂਡ ਕਰਦੇ ਨੇ ਐਂਡ ਦ ਨੰਬਰ ਆਫ ਕੁਐਸਚਨਸ ਹੈਜ਼ ਆਲਸੋ ਇਨਕਰੀਜ਼ਡ. ਜੇ ਪਹਿਲਾਂ 4 to 5 ਪੁੱਛਦੀ ਸੀ ਹੁਣ ਉਹਨਾਂ ਨੇ 6 to 7 ਔਰ 7 to 8 ਵੀ ਕਰ ਦਿੱਤੇ ਨੇ. ਸੋ ਇਟ ਇਜ਼ ਵੈਰੀ ਇੰਪੋਰਟੈਂਟ, ਇਟ ਇਜ਼ ਦ ਰਾਈਟ ਟਾਈਮ to work on your introductory questions. And introductory questions देखो first part ਦੇ ਵਿੱਚ ਪੁੱਛੇ ਜਾਂਦੇ ਨੇ. So as we all know, first impression is the last impression, है ना. ਅਗਰ ਤੁਸੀਂ ਇੰਟਰੋਡਕਟਰੀ ਕੁਐਸਚਨਸ ਨੂੰ ਬਹੁਤ ਵਧੀਆ ਵੇ ਦੇ ਵਿੱਚ ਆਨਸਰ ਕਰੋਗੇ ਉਹਦੇ ਨਾਲ ਤੁਸੀਂ ਤਾਂ ਉੱਥੇ ਕੰਫਰਟੇਬਲੀ ਹੋ ਬੈਠੋਗੇ ਹੀ, ਹੈ ਨਾ, ਤੁਸੀਂ ਕੰਫਰਟੇਬਲ ਹੋਗੇ ਬਟ ਨਾਲ ਐਗਜ਼ਾਮੀਨਰ ਨੂੰ ਵੀ ਇੱਕ ਲਾਈਕ ਹਾਈਲਾਈਟ ਪੁਆਇੰਟ ਮਿਲ ਜਾਏਗਾ ਤੁਹਾਡਾ ਕਿ ਹਾਂ ਬੱਚੇ ਦੇ ਵਿੱਚ ਕੁਝ ਹੈ, ਬੱਚਾ ਪ੍ਰਿਪੇਅਰ ਕਰਕੇ ਆਇਆ, ਬੱਚੇ ਉਹ ਮਤਲਬ ਇੰਟਰਸਟ ਲੈਣਾ ਸਟਾਰਟ ਕਰੇਗਾ, ਹੈ ਨਾ. ਹੀ ਵਿਲ ਡੈਲਵ ਡੀਪ ਇਨਟੂ ਯੋਰ ਕਨਵਰਸੇਸ਼ਨਸ, ਇਨਟੂ ਯੋਰ ਸਪੀਕਿੰਗ, ਜਿਹੜਾ ਤੁਹਾਡੇ ਲਈ ਬਹੁਤ ਜ਼ਿਆਦਾ like I must say it will act as a cherry on the cake for you guys when he'll decide your band score. Means ਤੁਹਾਡੇ band score ਨੂੰ ਉਹ up ਲੈ ਕੇ ਜਾਏਗਾ. Fine. So today I have chosen a one random topic which is time management. And ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, time management is a vast topic and definitely ਇਹ 99% students ਤੋਂ ਪੁੱਛਿਆ ਹੀ ਜਾਂਦਾ in the first round in the introductory session, ਹੈ ਨਾ. Time management ਦੇ ਰਿਗਾਰਡਿੰਗ ਸਾਨੂੰ 2-3 questions ਵੀ ਆ ਜਾਂਦੇ ਨੇ and guys moreover टाइम मैनेजमेंट के रिगार्डिंग बहुत ज़्यादा बार स्टूडेंट्स तो क्यू कार्ड भी पूछा जाता एंड फिर फॉलोअप क्वेश्चंस भी उस पर बेस्ड ही होंगे ने. सो पहला देखो एक क्वेश्चन, द क्वेश्चन इज हाउ डू यू ऑर्गेनाइज योर टाइम, है ना. एग्जामिनर ने तुहानू पूछा हाउ डू यू ऑर्गेनाइज योर टाइम, मीनस तुसी टाइम नू ऑर्गेनाइज किस तरह करते हो अपने टाइम नू. फाइन. नाउ टू मेक इट इफेक्टिव ਉਹਦੇ ਵਿੱਚ ਕੀ ਚੀਜ਼ਾਂ ਇਨਵੋਲਵ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਐਗਜ਼ਾਮੀਨਰ ਵੀ ਲਾਈਕ ਤੁਹਾਡੇ ਤੋਂ ਡਿਮਾਂਡ ਕਰਦੇ ਨੇ, ਐਕਸਪੈਕਟ ਕਰਦੇ ਨੇ ਐਂਡ ਉਹਨਾਂ ਦੇ ਬੇਸਿਸ 'ਤੇ ਹੀ ਤੁਹਾਡਾ ਕੀ ਹੁੰਦਾ ਹੈ, ਤੁਹਾਡਾ ਬੈਂਡ ਸਕੋਰ ਉਹ ਬੈਂਡ ਸਕੋਰ ਡਿਸਾਈਡ ਕਰਦੇ ਨੇ. ਲਾਈਕ ਆਈ ਮਸਟ ਸੇ ਸੌਰਟ ਆਫ ਇਟਸ ਮਾਰਕਿੰਗ ਕ੍ਰਾਈਟੀਰੀਆ, ਹੈ ਨਾ. ਐਂਡ ਇਫ ਯੂ ਗਾਈਜ਼ ਵਾਂਟ ਕਿ ਮੈਂ ਮਾਰਕਿੰਗ ਕ੍ਰਾਈਟੀਰੀਆ 'ਤੇ ਦੁਬਾਰਾ ਤੋਂ ਵੀਡੀਓ ਬਣਾਵਾਂ, ਪਲੀਜ਼ ਡੂ ਰਾਈਟ ਇਨ ਦਾ ਕਮੈਂਟ ਸੈਕਸ਼ਨ. ਉਹ ਤੁਹਾਨੂੰ ਬਹੁਤ ਹੈਲਪ ਕਰੇਗਾ, ਚਾਹੇ ਉਹ ਸਪੀਕਿੰਗ ਹੈ ਚਾਹੇ ਉਹ ਰਾਈਟਿੰਗ ਹੈ, ਬਿਕਾਜ਼ ਪਹਿਲਾਂ ਤੋਂ ਇੱਕ ਤੁਹਾਨੂੰ ਲੇਆਊਟ ਤਿਆਰ ਹੋ ਜਾਏਗਾ ਕਿ ਕੀ ਚੀਜ਼ਾਂ ਨੇ ਜਿਹੜੀਆਂ ਅਸੀਂ ਪਾ ਕੇ ਆਉਣੀਆਂ ਨੇ ਆਪਣੀ ਸਪੀਕਿੰਗ ਜਾਂ ਰਾਈਟਿੰਗ ਦੇ ਵਿੱਚ ਐਂਡ ਉਹਨਾਂ ਦੇ ਬੇਸਿਸ 'ਤੇ ਅਸੀਂ ਜੱਜ ਹੋਣ ਵਾਲੇ ਹਾਂ. ਫਾਈਨ. ਨਾਓ ਦ ਫਰਸਟ ਇੰਪੋਰਟੈਂਟ ਪਾਰਟ ਇਜ਼ ਜਦੋਂ ਹੀ ਤੁਸੀਂ ਇੰਟਰੋਡਕਟਰੀ ਕੁਐਸਚਨ ਆਨਸਰ ਕਰਨਾ ਸਟਾਰਟ ਕਰਦੇ ਹੋ, ਨੈਵਰ ਰਿਪੀਟ ਦ ਕੁਐਸਚਨ ਸਟੇਟਮੈਂਟ ਗਾਈਜ਼. Like उन्हें पूछा how do you organize your time, rather than saying I organize my time in different ways, है ना, I organize my time in plethora of ways. Guys, don't do this, है ना. It is very incorrect manner. इस तरह अगर करोगे तो आपका band score नहीं आएगा. हमेशा स्टार्टिंग ਦੇ ਵਿੱਚ ਹੀ ਇੱਕ ਵਧੀਆ ਕਨੈਕਟਰ ਲਗਾਓ, ਵਧੀਆ ਸਟਾਰਟਰ ਲਗਾ ਕੇ ਸਟਾਰਟ ਕਰੋ. ਮੈਂ ਇਹ ਨਹੀਂ ਕਹਿ ਰਹੀ ਕਿ ਅਗਰ ਉਹ ਤੁਹਾਨੂੰ 7 to 8 ਕੁਐਸਚਨਸ ਪੁੱਛ ਰਿਹਾ ਹਰ ਇੱਕ ਦੇ ਵਿੱਚ ਤੁਹਾਡਾ ਕਨੈਕਟਰ ਹੋਣਾ ਚਾਹੀਦਾ, ਹਰ ਇੱਕ ਦੇ ਵਿੱਚ ਸਟਾਰਟਰ ਹੋਣਾ ਚਾਹੀਦਾ. ਨੋ, ਫਿਰ ਉਹ ਕ੍ਰੈਮਿੰਗ ਲੱਗੇਗੀ. ਦੇਅਰ ਆਰ ਸਰਟਨ ਟਾਈਪ ਆਫ ਕੁਐਸਚਨਸ ਜਿਨ੍ਹਾਂ ਨੂੰ ਅਸੀਂ ਆਨਸਰ ਕਰਦੇ ਹੋਏ ਵਧੀਆ ਸਟਾਰਟਰਸ ਲਗਾ ਸਕਦੇ ਹਾਂ. ਲੈਟਸ ਸੇ ਚਾਈਲਡਹੁੱਡ ਦੇ ਰਿਲੇਟਿਡ ਤੁਹਾਨੂੰ ਕੋਈ ਵੀ ਕੁਐਸਚਨ ਆਇਆ, ਹੈ ਨਾ, ਉੱਥੇ ਵਧੀਆ ਸਟਾਰਟਰ ਤੁਸੀਂ ਕੀ ਲਗਾ ਸਕਦੇ ਹੋ, ਆਈ ਵਿਵਿਡਲੀ ਰਿਮੈਂਬਰ, है ना, इफ माई मैमरी सर्व्स मी वैल, बिकॉज वो चाइल्डहुड टाइम से तुहानूं पूरा याद नहीं होंदा, फ्लैशबैक्स होंदे ने या फिर सानूं दस्सिया जांदा साडे रिलेटिव्स या पेरेंट्स के द्वारा कि की चीज़ां होंदियां ने, है ना. कोई तुहाडे रिगार्डिंग क्वेश्चन पूछे लाइक यही पूछा ऑर्गेनाइज तुसीं किवें करदे हो, आपां किवें स्टार्ट कर सकदे हां, टू बी ऑनेस्ट, जनरली स्पीकिंग, फ्रेंकली स्पीकिंग, है ना. ਤੁਸੀਂ ਇਸ ਤਰ੍ਹਾਂ ਸਟਾਰਟ ਕਰੋਗੇ ਤਾਂ ਉੱਥੇ ਬਿਲਕੁਲ ਵੀ ਇਹ ਚੀਜ਼ਾਂ ਨਹੀਂ ਲੱਗਣੀਆਂ ਕਿ ਤੁਸੀਂ ਕ੍ਰੈਮ ਕਰਕੇ ਆਏ ਹੋ. ਇੱਕ ਫਲੋ ਹੋਏਗੀ ਤੁਹਾਡੀ ਸਪੀਕਿੰਗ ਐਂਡ ਬੈਂਡ ਸਕੋਰ ਦੇਖਿਓ ਹਾਈ ਜਾਏਗਾ ਹੀ ਜਾਏਗਾ. ਫਾਈਨ. ਹੁਣ ਮੈਂ ਫਸਟ ਗੱਲ ਆਪਾਂ ਕਿਸ ਚੀਜ਼ ਦੀ ਕੀਤੀ ਹੈ, ਡੈਟ ਇਜ਼ ਦ ਸਟਾਰਟਰਸ, ਡੈਟ ਇਜ਼ ਦ ਕਨੈਕਟਰਸ ਜਿਹੜੇ ਹੋਣੇ ਹੀ ਹੋਣੇ ਚਾਹੀਦੇ ਨੇ ਤੁਹਾਡੇ इंट्रोडक्टरी क्वेश्चन चाहे तुसी आंसर कर रहे हो चाहे एट द सेम टाइम तुसी फॉलो अप कर रहे हो, बट ये नहीं करना कि तुसी हर एक दे विच लगाओ। जे एक दे विच तुसी लगाता तुहानूं लग रहा है कि इत्थे कंपैटिबल है मैं उत्थे लगा दा,
ਜਾਂ ਫਿਰ ਸੈਕਿੰਡ ਤੇ ਥਰਡ ਦਾ ਤੁਸੀਂ ਡਾਇਰੈਕਟ ਆਨਸਰ ਵੀ ਕਰ ਸਕਦੇ ਹੋ। ਫਾਈਨ ਓਕੇ। ਮੈਂ ਹੁਣ ਇੱਥੇ ਸਟਾਰਟ ਕੀਤਾ ਟੂ ਬੀ ਓਨੈਸਟ ਜਾਂ ਫਿਰ ਓਨੈਸਟਲੀ ਸਪੀਕਿੰਗ ਹੈ ਨਾ, ਮੈਂ ਇੱਥੇ ਬਿਲਕੁਲ ਵੀ ਸਟਾਰਟ ਨਹੀਂ ਕੀਤਾ ਆਈ ਆਰਗੇਨਾਈਜ਼ ਮਾਈ ਟਾਈਮ। ਸੋ ਸੈਕਿੰਡ ਇਜ਼ ਡੂ ਨਾਟ ਰਿਪੀਟ ਦਾ ਕੁਐਸਚਨ ਸਟੇਟਮੈਂਟ ਹੈ ਨਾ, ਤੁਸੀਂ ਉੱਥੇ ਰੈਪੀਟੀਸ਼ਨ ਨਹੀਂ ਕਰਨੀ ਗਾਈਜ਼, ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਜੇ ਤੁਸੀਂ ਸਾਰੇ ਆਨਸਰਸ ਇੱਦਾਂ ਹੀ ਸਟਾਰਟ ਕਰਦੇ ਜਾਓਗੇ, ਲਾਈਕ ਉਹਨੇ ਤੁਹਾਨੂੰ ਪੁੱਛਿਆ ਡੂ ਯੂ ਲਾਈਕ ਸ਼ॉपिंग, ਤੁਸੀਂ ਸਿੱਧਾ ਕਹੋ ਯੈਸ ਆਈ ਲਾਈਕ ਸ਼ॉपिंग। ਡੂ ਯੂ ਲਾਈਕ ਕਲਰਸ, ਯੈਸ ਆਈ ਲਾਈਕ ਕਲਰਸ। ਆਈ ਆਰਗੇਨਾਈਜ਼ ਮਾਈ ਟਾਈਮ ਇਨ ਡਿਫਰੈਂਟ ਵੇਜ਼, ਹੈ ਨਾ। ਤਾਂ ਇਸ ਤਰ੍ਹਾਂ ਬਿਲਕੁਲ ਵੀ ਨਾ ਕਰੋ, ਇਹ ਇੱਕ ਨੈਗੇਟਿਵ ਇੰਪ੍ਰੈਸ਼ਨ ਬਿਲਡ ਕਰ ਰਿਹਾ ਹੈ ਐਗਜ਼ਾਮੀਨਰ ਦੇ ਮਾਈਂਡ ਤੇ ਕਿ ਬੱਚਾ ਡਾਇਰੈਕਟ ਆਨਸਰਸ ਕਿਸ ਤਰ੍ਹਾਂ ਕਰ ਰਿਹਾ ਹੈ, ਇਹ ਤਾਂ ਉਹੀ ਲਾਈਨਸ ਨੂੰ ਰਿਪੀਟ ਕਰੀ ਜਾ ਰਿਹਾ ਹੈ, ਠੀਕ ਹੈ। ਹਮੇਸ਼ਾ ਸਿਨੋਨਿਮਸ ਯੂਜ਼ ਕਰੋ ਐਂਡ ਸੈਕਿੰਡ ਇਜ਼ ਪੈਰਾਫਰੇਜ਼ਿੰਗ ਯੂਜ਼ ਕਰੋ। ਸੋ ਥਰਡ ਇੱਥੇ ਆ ਗਿਆ ਪੈਰਾਫਰੇਜ਼ਿੰਗ ਦੀ ਟੈਕਨੀਕ, ਤੁਸੀਂ ਪੱਕਾ ਇੰਪੋਰਟੈਂਟਲੀ ਉੱਥੇ ਯੂਜ਼ ਕਰਕੇ ਆਉਣੀ ਹੈ। ਫਾਈਨ ਓਕੇ। ਇਹ ਤਿੰਨ ਚੀਜ਼ਾਂ ਤਾਂ ਬਹੁਤ ਇੰਪੋਰਟੈਂਟ ਨੇ ਜਿਹੜੀਆਂ ਜਨਰਲ ਦੇ ਵਿੱਚ ਆਪਾਂ ਗੱਲ ਕੀਤੀਆਂ ਨੇ। ਫੋਰਥ ਇਜ਼ ਹੁਣ ਇਸ ਤੋਂ ਬਿਨਾ ਤੁਹਾਡੇ ਕੀ ਹੋਣਾ ਚਾਹੀਦਾ, ਇਸ ਤੋਂ ਬਿਨਾ ਉਹਦੇ ਵਿੱਚ ਵਾਈਡ ਰੇਂਜ ਆਫ ਵੋਕੈਬਲਰੀ ਹੋਣੀ ਚਾਹੀਦੀ ਹੈ। ਜੇ ਤੁਸੀਂ ਵਾਈਡ ਰੇਂਜ ਆਫ ਵੋਕੈਬਲਰੀ ਨਹੀਂ ਪਾ ਸਕਦੇ, ਡੋਂਟ ਵਰੀ, ਡੋਂਟ ਗੈਟ ਪੈਨਿਕ, ਬਿਕਾਜ਼ ਇੰਨੀ ਜ਼ਿਆਦਾ ਵੋਕੈਬਲਰੀ ਉੱਥੇ ਚਾਹੀਦੀ ਵੀ ਨਹੀਂ ਹੁੰਦੀ। ਬਿਕਾਜ਼ ਕਈ ਵਾਰ ਕੀ ਹੁੰਦਾ ਅਸੀਂ ਹਾਈਫਾਈ ਵੋਕੈਬ ਦਾ ਵਰਡ ਯਾਦ ਤਾਂ ਕਰ ਲੈਂਦੇ ਹਾਂ, ਬਟ ਸਾਨੂੰ ਨਹੀਂ ਪਤਾ ਹੁੰਦਾ ਇਹ ਉਹ ਪ੍ਰੋਪਰ ਸੈਂਟੈਂਸ ਦੇ ਵਿੱਚ ਕੰਪੈਟੇਬਲ ਹੈ, ਉੱਥੇ ਯੂਜ਼ ਹੋ ਸਕਦਾ ਜਾਂ ਨਹੀਂ ਹੋ ਸਕਦਾ, ਫਿਰ ਅਸੀਂ ਬਲੰਡਰ ਕਮਿਟ ਕਰਦੇ ਹਾਂ ਤੇ ਉੱਥੇ ਹੀ ਸਾਡਾ ਬੈਂਡ ਸਕੋਰ ਡਿਡਕਟ ਹੋ ਜਾਂਦਾ ਹੈ। ਫਾਈਨ, ਤੇ ਤੁਸੀਂ ਗੁੱਡ ਰੇਂਜ ਆਫ ਵੋਕੈਬਲਰੀ ਜ਼ਰੂਰ ਕਰਕੇ ਆਓ, ਮੀਨਸ ਇੱਕ ਜਾਂ ਦੋ ਜਾਂ ਤਿੰਨ ਵਰਡਸ ਜ਼ਰੂਰ ਪਾ ਕੇ ਆਓ ਉਹਦੇ ਵਿੱਚ। ਨੈਕਸਟ ਫਿਫਥ ਤੁਸੀਂ ਕੀ ਕਰਕੇ ਆਉਣਾ, ਉਹਦੇ ਵਿੱਚ ਈਡੀਅਮਸ ਜ਼ਰੂਰ ਇਨਕਲੂਡ ਕਰੋ ਗਾਈਜ਼। ਇਟ ਇਜ਼ ਦ ਨੀਡ ਆਫ ਦ ਆਰ। ਇਡੀਓਮੈਟਿਕ ਟੋਨ ਜਾਂ ਈਡੀਅਮਸ ਤੁਹਾਡੇ ਜ਼ਰੂਰ ਤੋਂ ਜ਼ਰੂਰ ਹੋਣੇ ਚਾਹੀਦੇ ਨੇ, ਮਸਟ ਕਾਈਂਡ ਆਫ ਥਿੰਗ, ਠੀਕ ਹੈ। ਜਿਵੇਂ ਇੰਟਰੋਡਕਟਰੀ ਕੁਐਸਚਨ ਤੁਹਾਨੂੰ 7 to 8 ਪੁੱਛੇ ਤਾਂ 2 to 3 ਦੇ ਵਿੱਚ ਤਾਂ ਤੁਸੀਂ ਡਿਸਾਈਡ ਕਰ ਹੀ ਲਓ, ਆਪਣਾ ਮਾਈਂਡ ਸੈਟ ਬਣਾ ਲਓ। ਪਹਿਲਾਂ ਤੋਂ ਹੀ ਈਡੀਅਮਸ ਦੀ ਲਿਸਟ ਮੈਂ ਵੀ ਪ੍ਰੋਵਾਈਡ ਕਰ ਚੁੱਕੀ ਹਾਂ, ਜਾਂ ਤੁਸੀਂ ਕਿਤੋਂ ਵੀ ਆਪਣੇ ਲਰਨ ਕਰ ਸਕਦੇ ਹੋ। ਈਡੀਅਮਸ ਨੂੰ ਫੋਲੋਅਪਸ ਦੇ ਵਿੱਚ ਵੀ ਦਿਓ, ਉਹਨਾਂ ਨੂੰ ਇੰਟਰੋਡਕਟਰੀ ਕੁਐਸਚਨਸ ਦੇ ਵਿੱਚ ਵੀ ਦਿਓ। ਫਾਈਨ, ਨੈਕਸਟ ਇਜ਼ ਦ ਲਿੰਕਰਸ। ਜੇ ਮੈਂ ਕਹਾਂ ਹੈ ਨਾ, ਮੀਨਸ ਲਿੰਕਰਸ ਜਾਂ ਕਨੈਕਟਰਸ ਇਹ ਕਿਸ ਚੀਜ਼ ਦਾ ਰੋਲ ਪਲੇ ਕਰਦੇ ਨੇ, ਲਾਈਕ ਤੁਸੀਂ ਇੱਕ ਸੈਂਟੈਂਸ ਬੋਲਿਆ, ਦੂਸਰੇ ਸੈਂਟੈਂਸ ਨੂੰ ਉਹਦੇ ਨਾਲ ਕੋਰਿਲੇਟ ਕਰਨ ਦੇ ਲਈ ਲਿੰਕਰਸ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ, ਉਹਨਾਂ ਨੂੰ ਜ਼ਰੂਰ ਯੂਜ਼ ਕਰੋ। ਜਾਂ ਫਿਰ ਇੱਕ ਸੈਂਟੈਂਸ ਖਤਮ ਹੋਇਆ, ਸੈਕਿੰਡ ਤੇ ਜੰਪ ਕਰਨ ਤੋਂ ਪਹਿਲਾਂ ਤੁਸੀਂ ਕਨੈਕਟਰਸ ਵੀ ਯੂਜ਼ ਕਰ ਸਕਦੇ ਹੋ ਉਹਨਾਂ ਨੂੰ, ਬਟ ਕਨੈਕਟਰਸ ਨੂੰ ਯੂਜ਼ ਕਰੋ ਐਕਿਊਰੇਟਲੀ। ਇਹ ਨਹੀਂ ਕਿ ਇੱਕ ਸੈਂਟੈਂਸ ਹੋਰ ਸੀ ਤੁਸੀਂ ਫਿਰ ਕੋਈ ਹੋਰ ਉਹਦਾ ਆਪੋਜ਼ਿਟ ਜਾਂ ਕੌਂਟਰਾਡਿਕਟਰੀ ਕਨੈਕਟਰ ਚੱਕ ਕੇ ਲਗਾਤਾ ਹੈ ਨਾ, ਇਹ ਚੀਜ਼ਾਂ ਫਿਰ ਨੈਗੇਟਿਵ ਇੰਪ੍ਰੈਸ਼ਨ ਹੋ ਜਾਣਗੀਆਂ। ਫਾਈਨ, ਸੋ 6th ਹੋ ਗਿਆ। 7th ਤੁਸੀਂ ਹੋਰ ਕੀ ਚੀਜ਼ ਕਰ ਸਕਦੇ ਹੋ, collocations, if you know, if you are aware, then do add, है ना। उन्होंने ऐड करके आओ, एक या दो collocation ਦੀ ਲਿਸਟ ਵੀ ਤੁਸੀਂ ਆਲਰੇਡੀ ਸਿੰਪਲ collocations ਵੀ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਯੂਜ਼ ਕਰਕੇ ਆ ਸਕਦੇ ਹੋ, ਠੀਕ ਹੈ। ਇਸ ਤੋਂ ਬਿਨਾ ਤੁਸੀਂ ਹੋਰ ਕੀ ਯੂਜ਼ ਕਰਕੇ ਆ ਸਕਦੇ ਹੋ, ਜਦੋਂ ਇਹ ਸਾਰਾ ਕੁਝ ਹੋ ਗਿਆ, collocations ਹੋ ਗਏ, vocab, idioms, linkers, connectors, ਹੈ ਨਾ, ਇਹ ਚੀਜ਼ਾਂ ਹੋ ਗਈਆਂ। ਇਸ ਤੋਂ ਬਿਨਾ ਸਟਰਕਚਰਸ ਤੁਸੀਂ ਯੂਜ਼ ਕਰ ਸਕਦੇ ਹੋ, ਯੈਸ ਇਟਸ ਆਲਸੋ ਮਸਟ ਕਾਈਂਡ ਆਫ ਥਿੰਗ। ਅਗਰ ਸਟਰਕਚਰਸ ਇੰਪੋਰਟੈਂਟ ਰੋਲ ਪਲੇ ਕਰਦੇ ਨੇ, ਕ੍ਰੂਸ਼ੀਅਲ ਨੇ ਫॉर योर ਰਾਈਟਿੰਗ, ਥੀਸ ਆਰ ਐਜ਼ ਇੰਪੋਰਟੈਂਟ योर ਸਪੀਕਿੰਗ, ਹੈ ਨਾ, ਉਹਦੇ ਲਈ ਵੀ ਬਹੁਤ ਇੰਪੋਰਟੈਂਟ ਨੇ। ਲਾਈਕ not only but also if then, like ਇਹ ਵਾਲੇ ਸਟਰਕਚਰਸ ਤੁਸੀਂ ਯੂਜ਼ ਕਰਕੇ ਆਓ, ਫਿਰ ਦੇਖਿਓ ਬਹੁਤ ਇੰਪੋਰਟੈਂਟ ਰੋਲ ਪਲੇ ਕਰਨਗੇ। ਐਂਡ ਸਪੀਕਿੰਗ ਪੱਕਾ 7, ਅਗਰ ਇਹ ਚੀਜ਼ਾਂ ਪਾ ਕੇ ਆ ਰਹੇ ਹੋ ਨਾ, 7 ਬੈਂਡ ਤਾਂ ਕਿਤੇ ਵੀ ਨਹੀਂ ਗਏ, ਬਟ ਉਹਦੇ ਨਾਲ ਜੇ ਤੁਹਾਡੇ ਟੈਂਸਸ ਪ੍ਰੋਪਰ ਨੇ, ਗ੍ਰਾਮਰ ਹੈ ਪ੍ਰੋਪਰ, ਤੁਸੀਂ ਟਾਸਕ ਰਿਸਪੌਂਸ ਜੋ ਕੁਐਸਚਨ ਪੁੱਛਿਆ ਉਹਦਾ ਹੀ ਆਨਸਰ ਕਰ ਰਹੇ ਹੋ, ਇਹ ਨਹੀਂ ਕਿ ਕੋਈ ਕਿਤੇ ਹੋਰ ਹੀ ਲੈ ਗਏ ਆਪਣੀ ਸਪੀਕਿੰਗ ਨੂੰ। ਗਾਈਸ 7 ਤਾਂ ਕਿਤੇ ਵੀ ਨਹੀਂ ਗਏ, ਈਵਨ ਤੁਸੀਂ 8, 8.5 ਵੀ ਈਜ਼ੀਲੀ ਅਚੀਵ ਕਰ ਸਕਦੇ ਹੋ। ਫਾਈਨ ਓਕੇ। ਲਾਸਟ ਦੇ ਵਿੱਚ, ਲਾਸਟ ਬਟ ਨਾਟ ਦ ਲੀਸਟ, ਹੁਣ ਇੱਥੇ ਕੀ ਰਹਿ ਗਿਆ, योर ਪ੍ਰੈਜੈਂਟੇਸ਼ਨ, ਹੈ ਨਾ। ਸਾਰਾ ਕੁਝ ਹੁਣ ਅਸੀਂ ਇਨਕਲੂਡ ਕਰਤਾ, ਬਟ ਸਾਡੀ ਪ੍ਰੈਜੈਂਟੇਸ਼ਨ ਵਧੀਆ ਨਹੀਂ ਹੈਗੀ। ਮੀਨਸ ਉਹਨੇ ਤੁਹਾਨੂੰ ਕੁਐਸਚਨ ਪੁੱਛਿਆ, ਤੁਸੀਂ ਉੱਥੇ ਬਹੁਤ ਲੇਜ਼ੀ ਬੈਠੇ ਹੋ, ਹੈ ਨਾ, ਤਾਂ ਤੁਸੀਂ ਲੈਥਾਰਜਿਕ ਹੋ ਕੇ ਆਨਸਰ ਕਰ ਰਹੇ ਹੋ, ਤੁਸੀਂ ਕੋਈ ਐਕਸਪ੍ਰੈਸ਼ਨਸ ਨਹੀਂ ਦੇ ਰਹੇ ਐਗਜ਼ਾਮੀਨਰ ਨੂੰ, ਤਾਂ ਐਗਜ਼ਾਮੀਨਰ ਦਾ ਇੰਟਰਸਟ ਨਹੀਂ ਆਏਗਾ ਗਾਈਸ। ਚਾਹੇ ਤੁਸੀਂ ਕਿੰਨਾ ਮਰਜ਼ੀ ਵਧੀਆ ਹੈ ਨਾ ਆਨਸਰ ਕਰ ਲਓ, ਕਿੰਨੀ ਹਾਈਫਾਈ ਵੋਕੈਬ ਉਹਦੇ ਵਿੱਚ ਪਾ ਦਿਓ, ਤਾਂ ਬੈਂਡ ਨਹੀਂ ਆਏਗਾ। ਤਾਂ ਉਹਦੇ ਲਈ ਤੁਹਾਡੀ ਪ੍ਰੈਜੈਂਟੇਸ਼ਨ ਬਹੁਤ ਇੰਪੋਰਟੈਂਟ ਹੈ। ਹੁਣ ਪ੍ਰੈਜੈਂਟੇਸ਼ਨ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ, ਪ੍ਰੈਜੈਂਟੇਸ਼ਨ ਦੇ ਵਿੱਚ ਤੁਹਾਡੀ ਆਉਂਦੀ ਹੈ ਵੌਇਸ ਕੁਆਲਿਟੀ, ਹੈ ਨਾ, ਕਿ ਐਗਜ਼ਾਮੀਨਰ ਨੂੰ ਜੋ ਬੋਲ ਰਹੇ ਹੋ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ, ਉਹਨੂੰ ਆਡੀਬਲ ਤਾਂ ਹੋਣੀਆਂ ਚਾਹੀਦੀਆਂ ਨੇ ਨਾ ਚੀਜ਼ਾਂ, ਠੀਕ ਹੈ। ਵੌਇਸ ਦੇ ਨਾਲ ਹੋਰ ਕੀ ਹੋ ਸਕਦਾ, ਇੰਟੋਨੇਸ਼ਨ, ਯੈਸ, ਤੁਹਾਡੀ ਪਿਚ ਕਿਵੇਂ ਦੀ ਹੈ। ਇਹ ਤਾਂ ਨਹੀਂ ਕਿ ਤੁਸੀਂ ਲਾਈਕ ਐਕਸਾਈਟਮੈਂਟ ਵਾਲੀ ਜਿਹੜੀ ਚੀਜ਼ ਐਕਸਪ੍ਰੈਸ ਕਰ ਰਹੇ ਹੋ ਉਹ ਵੀ ਉਸ ਤਰ੍ਹਾਂ ਹੀ ਬੋਲ ਰਹੇ ਹੋ, ਜੇ ਕੋਈ ਸੈਡਨੈਸ ਐਕਸਪ੍ਰੈਸ ਕਰ ਰਹੇ ਹੋ ਉਹ ਵੀ ਉਸ ਤਰ੍ਹਾਂ ਹੀ ਬੋਲ ਰਹੇ ਹੋ। ਇੰਟੋਨੇਸ਼ਨ ਹੋਣੀ ਚਾਹੀਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿੱਥੇ ਮੈਂ ਹਾਈ ਲੈ ਕੇ ਜਾਵਾਂ, ਕਿੱਥੇ ਮੈਂ ਲੋ ਆਵਾਂ, ਕਿੱਥੇ ਮੈਂ ਫਲੈਟ ਹੋਣਾ ਹੈ। ਫਾਈਨ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਨਗੀਆਂ। ਐਂਡ ਦੇ ਵਿੱਚ ਤੁਹਾਡੇ ਐਕਸਪ੍ਰੈਸ਼ਨਸ,
एक्सप्रैशंस तो गाइज लाइक आजकल मास्क पा के भी स्पीकिंग्स हो रही ने, वी ऑल नो है ना, इट इज़ द एरा ऑफ कोविड पेंडेमिक। तो ਉਹਦੇ ਵਿੱਚ ਤੁਸੀਂ किस तरह किहदे नाल प्ले करोगे, ओबवियसली अपनी आईज दे नाल प्ले करोगे है ना। अगर मास्क नहीं पाया फिर ਤੁਹਾਡੇ ਲਈ एक प्लस पॉइंट हो सकता कि ਤੁਸੀਂ हल्की जी स्माइल उत्थे मेनटेन कर सकते हो, ठीक है। लास्ट इज योर ड्रेसअप, यस 10th इज योर ड्रेसअप, ड्रेसिंग सेंस भी ਤੁਹਾਡੀ ਵਧੀਆ होनी चाहिए, फॉर्मल होनी चाहिए, फाइन। तो ये सारी चीज़ां हो गई ਜਿਹੜੀਆਂ ਤੁਸੀਂ इंक्लूड करनियां ने, ठीक है। नाउ आंसर देखो मैं इसका किस तरह किया, हाउ डू यू ऑर्गेनाइज योर टाइम। टू बी ऑनेस्ट मैं इतने स्टार्टर लगाता, कनेक्टर लगाता, ठीक है। टाइम ऑर्गेनाइजेशन प्लेज अ क्रूशियल रोल इन माई लाइफ, या फिर टाइम ऑर्गेनाइजेशन इज वेरी क्रूशियल टू मी, क्लियर। देखो उन्हें क्या सी ऑर्गेनाइज योर टाइम, तो मैं उसकी जगह उन्होंने किस तरह सिनोनिम पैराफ्रेज करता, मैं टाइम ऑर्गेनाइजेशन यूज़ किया। मैं इत्थे कोई बहुत ज़्यादा हाई वोकैब नहीं यूज़ की है ना, कोई होर बाहरों ही चीज़ नहीं ऐड की, बस उन्होंने ही हल्का जा मोल्ड करता। यही चीज़ां तुसीं सीखनियां ने, ओके। आई समटाइम्स इस तरह मैं आंसर स्टार्ट करता, ठीक है। एक हल्का जा मतलब मैं उन्होंने जनरल स्टेटमेंट देती, आप ये कह लो, फिर मैं स्टार्ट किया आई समटाइम्स सच अप रिमाइंडर्स, क्योंकि उन्हें पूछा ही है तुसीं ऑर्गेनाइज किस तरह करते हो, है ना। या फिर तुसीं ये भी स्टार्ट कर सकते हो, टू बी ऑनेस्ट आई यूजुअली ऑर्गेनाइज माई टाइम इन अ गुड मैनर, इन अ वेल मैनर, है ना। इस तरह भी स्टार्ट कर सकते हो। I sometimes set up reminders for significant meetings or events as I am busy as a bee। मैं थे एक idiomatic tone ले आई, मैं दे विच collocations पाते, ठीक है। मीटिंग्स या इवेंट्स या अपॉइंटमेंट्स, कई बार वो ये भी पूछ लेंगे ने क्वेश्चन दे विच अपॉइंटमेंट्स आ जाता, फिर ਉਹਦੀ जगह ਤੁਸੀਂ मीटिंग्स या इवेंट्स यूज़ कर लो, या वाइस वर्सा ਤੁਸੀਂ यूज़ कर सकते हो, फाइन। या ਤੁਸੀਂ ਇਹਨੂੰ कर सकते हो as I am busy as a bee। ਹੁਣ देखो मैं ਇੱਥੇ यूज़ कर सकती सी hectic schedule, एंड यू वोंट बिलीव कि 100 ਦੇ ਵਿੱਚੋਂ 90 स्टूडेंट्स हैक्टिक स्केड्यूल यूज़ करके ही आउणगे, तो एग्जामिनर ਨੂੰ मोनोटोनस लगेगा, है ना, बोरिंग चीज़ां लगणगीਆਂ। तो मैं ਉਹਦੀ जगह एक वधिया ईडीएम यूज़ करता, उत्थे ईडियोमैटिक टोन लैके आई है, दैट इज बिजी एज अ बी, एज आई एम बिजी एज अ बी, द होल बी के किवें भी यूज़ कर सकते हो। आई समटाइम्स सेट अप रिमाइंडर्स फॉर सिग्निफिकेंट मीटिंग्स और इवेंट्स। सिग्निफिकेंट की जगह मैं इंपॉर्टेंट भी यूज़ कर सकती सी, बट मैं गुड रेंज ऑफ वोकैबुलरी यूज़ करनी है, यही चीज़ां ध्यान दे विच रखनियां ने। एंड ये चीज़ां तुहानूं रातों रात नहीं अचीव होणगियां, ये उदों तो अचीव होणगियां जदों फ्रॉम द वेरी फर्स्ट डे ऑफ योर प्रिपरेशन टाइम, जदों प्रैक्टिस करन लगे हो उदों तो ही इन्हां दी अलग अलग लिस्ट बनाओ, तो उन्होंने की करो, स्टार्ट करो, है ना, उन्होंने प्रैक्टिस करो, स्टार्ट करो, डेली उन्होंने ऑब्जर्व करो कि किस तरह मैं चेंजेस कर सकता। ओके, नाउ फर्स्ट हो गया। बिसाइड्स हुण मैं देखो इत्थे एक कनैक्टर लिंकर यूज़ किया कि एक तो ये हो गया कि मैं की करना, सैटअप करना रिमाइंडर। दूसरा की है बिसाइड, इस तो अलावा अपार्ट फ्रॉम दिस, है ना, ये भी यूज़ कर सकते हैं, या फिर मोर ओवर भी तुसीं यूज़ कर सकते हो। ओके, बिसाइड आई जॉट डाउन, मैं इत्थे फिर कोलोकेशन यूज़ की, मीनस राइट डाउन, पेन डाउन मैं करदा। आई जॉट डाउन ऑल माई टास्क इन अ डायरी, इन अ सेपरेट नोटबुक एंड ट्राई टू कंप्लाई विद दैम बाय द एंड ऑफ द डे। तो मैं उन्होंने अचीव करदा, है ना, उन्होंने अचीव करना कोशिश करदा मैं उन्होंने कि अचीव कर सका, उन्होंने कंप्लीट कर सका बाय द एंड ऑफ द डे खत्म होंदे होंदे। गाइस बहुत सिंपल आंसर है, बट इहदे विच जिहड़ियां चीज़ां मैं पाईयां ने वो तुसीं सीखणियां ने। लाइक गुड रेंज ऑफ वोकैबुलरी इत्थे हैगी है, यस। कनैक्टर्स स्टार्टर्स हैगे ने, यस। रेपिटेशन की, नो पैराफ्रेजिंग एंड सिनोनिम्स यूज किए, यस, फाइन। स्ट्रक्चर्स हैगे ने, यस। स्ट्रक्चर्स तुसीं इत्थे होर ऐड कर सकते हो, स्ट्रक्चर्स लाइक इफ देन यूज कर सकते हो, नॉट ओनली बट ऑल्सो तुसीं यूज कर सकते हो, ठीक है। बहुत इंपॉर्टेंट स्ट्रक्चर्स ने, तो बहुत ज़्यादा यूज भी होंदे ने, तुहानूं अवेयरनेस हैगी है, बट तुसीं यूज करना देखना कि मैं कित्थे कित्थे यूज करा। नाउ प्रेजेंटेशन, इडियम्स में यूज करते हैं, यस। प्रेजेंटेशन एंड लाइक योर एक्सप्रेशंस, वो तो जो तुसीं बोलोगे उदों ही आउणगे। सो सेकंड क्वेश्चन इज हाउ डू यू फील व्हेन यू आर लेट फॉर एन अपॉइंटमेंट, मीनस तुसीं किसी अपॉइंटमेंट मीटिंग के लिए लेट हो गए, तुहानूं किवें दा लगदा है। या फिर क्वेश्चन होर भी आ सकता है सेम, लाइक what type of excuses do you make when you are late for an appointment or a meeting, fine। किस तरह भी क्वेश्चन आ सकते हैं। देखो हुण वो चीज़ां नोटिस करो जिहड़ियां पहला मैं तुहानूं दस्सियां ने कि इहदे विच हैगियां या नहीं हैगियां। ओके, फाइन, मैं स्टार्ट किया एक्चुअली, है ना, या फिर मैं सीधा स्टार्ट करा आई फील, है ना, बहुत ही बोरिंग या नहीं हो जाएगा। आई फील, आई डू नॉट फील गुड, है ना, आई फील बैड, इस तरह के बहुत कॉमन क्वेश्चन हो जाते हैं। बैंड स्कोर 7+ नहीं आएगा, हाँ अगर 5.56 तुसीं लैना तो फिर तुसीं बोल सकते हो, फिर तुसीं आंसर कर सकते हो ना, गलत नहीं है, बट बैंड स्कोर वधिया नहीं आएगा, इफेक्टिव नहीं होएगा तुहाडा आंसर। ओके, एक्चुअली आई ऑलवेज डू माई बेस्ट, देखो डू माई बेस्ट, है ना, चीज़ों को नोटिस करो। डू माई बेस्ट नॉट टू बी लेट फॉर अ मीटिंग, उन्हें अपॉइंटमेंट पूछा, मैं इत्थे की करता सिनोनिम यूज करता, रेपिटेशन नहीं यूज की।
for a meeting as I am very punctual person, है ना, very prompt person भी तुसी use कर सकते हो starting ਦੇ ਵਿੱਚ। actually I always do my best not to be late for a meeting or an event as I am very punctual person। clear? ਤਾਂ ਉਹਨੂੰ softly answer ਕਰੋ, ਬਹੁਤ clarity ਦੇ ਨਾਲ answer ਕਰੋ, flow ਦੇ ਨਾਲ answer ਕਰੋ। ਇਹ ਨਹੀਂ ਹੁੰਦਾ ਕਿ ਤੁਹਾਡੀ ਜਿਹੜੀ voice ਹੈ ਜਾਂ ਤੁਹਾਡੀ pitch ਹੈ ਬਹੁਤ fast ਹੋਣੀ ਚਾਹੀਦੀ ਹੈ, ਨਹੀਂ, ਉਹ ਤੁਹਾਡੀ speed ਇੰਨੀ fast ਨਹੀਂ ਹੋਣੀ ਚਾਹੀਦੀ, but ਉਹ polite ਹੋਣੀ ਚਾਹੀਦੀ ਹੈ and at the same time ਉਹ clear ਹੋਣੀ ਚਾਹੀਦੀ ਹੈ। okay, next, however, ਹੁਣ ਦੇਖੋ ਮੈਂ ਇੱਕ contradictory connector use ਕੀਤਾ ਹੈ। right choice of connectors at the right time in the right sentence is very important, very significant। ਜੇ ਤੁਸੀਂ ਇੱਥੇ more over use ਕਰ ਦੋਗੇ ਜਾਂ ਕੁਝ ਹੋਰ use ਕਰ ਦੋਗੇ ਉਹ ਗਲਤ ਹੋ ਜਾਏਗਾ guys, ਠੀਕ ਹੈ। yeah, however this learning ਤੁਸੀਂ nevertheless ਉਹ ਵਾਲੀਆਂ ਚੀਜ਼ਾਂ use ਕਰ ਸਕਦੇ ਹੋ। yes, however if at all I am not on time, ਠੀਕ ਹੈ, ਮੈਂ ਉੱਥੇ ਉਹਨੂੰ contradict ਕਰਕੇ ਪਹਿਲਾਂ ਮੈਂ ਦੱਸਿਆ ਕਿ ਮੈਂ late ਨਹੀਂ ਹੁੰਦਾ, मैं अपनी ट्राई करना बेस्ट, आई ट्राई आई विल माई बेस्ट, आई डू माई बेस्ट, है ना, बिकॉज मैं पंक्चुअल पर्सन। आई थिंक जो फिर भी मैं लेट हो जा, हाउएवर इफ एट ऑल आई एम नॉट ऑन टाइम, जो मैं टाइम पे नहीं आई या फिर आर गेटिंग लेट ड्यू टू एन अनअवॉइडेबल सर्कमस्टेंस, वोकेबुलरी, है ना, वो सर्कमस्टेंस मतलब जिन्हों मैं अवॉइड ही नहीं कर सकता, कुछ यह जा हो जाए, then I apprise the person, inform the person whom I am meeting beforehand। beforehand means in advance मैं उन्होंने की करदा explain कर देना instead of making an excuse। इत्थे तक भी तुसी छड़ सकते हो, but ये दूसरा question आया what type of excuses ਤਾਂ ਉਹਦੇ ਵਿੱਚ include कर दो instead of making an excuse। मतलब एक excuse देने ਦੀ ਬਜਾਏ मैं की करदा beforehand in advance मैं ਉਹਨੂੰ person ਨੂੰ ਜਿਹਨੂੰ मैं meet ਕਰਨ ਜਾ ਰਿਹਾ ਉਹਨੂੰ मैं ਦੱਸ ਦੇਣਾ ਕਿ ਕੀ unavoidable circumstance ਹੈ ਜਿਹਦੇ ਕਰਕੇ मैं late ਹਾਂ। fine, या फिर instead of covering up my lateness किमें भी तुसी use कर सकते हो। fine, ਹੁਣ देखो guys simple answer है, कोई बहुत ज़्यादा मैं ये नहीं है कि complex बनाता उन्होंने compound बनाता, है ना, simple answer है, but ਇਹਦੇ ਵਿੱਚ good range of vocabulary है। structure, yes मैं एक structure भी use किया, that is if and then। ये तुसी मेरी structures वाली वीडियो देखी है तो तुहानू easily समझ आ गया होएगा। अगर नहीं देखी guys structure वाली वीडियो का लिंक मैं डिस्क्रिप्शन बॉक्स ਦੇ ਵਿੱਚ ਪਾ ਦੂੰਗੀ, तो तुसी ਉਹਨੂੰ जाके जरूर चेकआउट करो बिकॉज वो बहुत इंपॉर्टेंट है whether you are like looking for speaking या फिर writing। okay, ठीक है। ਇਹਦੇ ਵਿੱਚ ਅਗਰ ਇਹਦੇ ਵਿੱਚ ਇਡੀਓਮੈਟਿਕ ਟੋਨ ਹੁਣ ਦੇਖੋ ਨਹੀਂ ਆਈ, ਬਟ ਇਹਦੇ ਵਿੱਚ ਕੋਲੋਕੇਸ਼ਨਸ ਆ ਗਏ। ਜ਼ਰੂਰੀ ਨਹੀਂ ਈਡੀਅਮਸ ਤੁਸੀਂ ਹਰੇਕ ਦੇ ਵਿੱਚ ਪਾਉਣੇ ਹੋ। ਜੇ ਇੱਕੋ ਹੀ ਚੀਜ਼ ਤੁਸੀਂ ਹਰੇਕ ਦੇ ਵਿੱਚ ਬਾਰ-ਬਾਰ ਪਾਈ ਜਾਓਗੇ ਨਾ ਫਿਰ ਉਹ ਰੀਅਲ ਨਹੀਂ ਲੱਗੇਗਾ, ਅਨਨੈਚੁਰਲ ਲੱਗੇਗਾ। ਫਾਈਨ, ਫਿਰ ਤੁਸੀਂ ਨੈਚੁਰਲੀ ਸਾਊਂਡ ਨਹੀਂ ਕਰੋਗੇ, ਐਵੇਂ ਲੱਗੇਗਾ ਕਿ ਕਿਤੋਂ ਕ੍ਰੈਮ ਕਰਕੇ ਆਇਆ। ਲਾਈਕ ਹੁਣ ਦੇਖੋ ਇਹਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਹੈ ਨਾ, ਐਕਸਪ੍ਰੈਸ਼ਨਸ ਤੁਹਾਡੇ ਕਿਵੇਂ ਦੇ ਹੋਣੇ ਚਾਹੀਦੇ ਨੇ ਜਾਂ ਫਿਰ ਤੁਹਾਡੀ ਪਿਚ ਕਿਵੇਂ ਦੀ ਹੋਣੀ ਚਾਹੀਦੀ ਹੈ। ਓਕੇ, ਐਕਚੁਅਲੀ ਥੋੜਾ ਜਿਹਾ ਪੌਜ਼ ਤੁਸੀਂ ਲੈ ਸਕਦੇ ਹੋ। ਐਕਚੁਅਲੀ I always do my best not to be late for a meeting or an appointment or event ਤੁਸੀਂ use ਕਰ ਸਕਦੇ ਹੋ as I am very punctual person। however, है ना, ਉੱਥੇ ਉਹਨੂੰ ਦੱਸੋ ਕਿ ਤੁਸੀਂ ਕੁਝ ਚੇਂਜ ਕਰ ਰਹੇ ਹੋ। however, if at all I am not on time or getting late due to an unavoidable circumstance, then I apprise the person whom I am meeting beforehand instead of covering up my lateness। क्लियर? तो ये सारिया चीज़ां ने जिन्हों का तुसी ध्यान रखना ही रखना है गाइज, बहुत इंपॉर्टेंट ने while answering your introductory questions। now I have a homework for you guys, next 2 questions यही टॉपिक टाइम मैनेजमेंट के नाल रिलेटेड ने, तुसी उन्हां नूं आंसर करके दसो इन द कॉमेंट सैक्शन के इफेक्टिवली किवें आंसर कर सकते हो। एंड अगर कोई ਉਹਦੇ ਵਿੱਚ चेंजेस होंगे या मैंने कुछ लगेगा आप ऐड ऑन कर सकते हैं, चेरी ऑन द केक ਉਹਨੂੰ बना सकते हैं। I would love to do that। if you have any queries do write me in the comment section। thank you so much, bye bye, take care।